ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਕਾਂਗਰਸ ਪ੍ਰਧਾਨ ਬਦਲਣ ਦੀ ਕਵਾਇਦ ਲਗਾਤਾਰ ਜਾਰੀ ਹੈ। ਕੌਣ ਨਵਾਂ ਪ੍ਰਧਾਨ ਚੁਣਿਆ ਜਾ ਰਿਹਾ, ਕਿਸ ਨੂੰ ਜਗ੍ਹਾ ਮਿਲ ਰਹੀ ਹੈ ਤੇ ਕਦੋਂ ਪ੍ਰਧਾਨ ਚੁਣਿਆ ਜਾਣਾ, ਇਸ ਤੇ ਵੀ ਗੱਲਬਾਤ ਕਰਾਂਗੇ। ਇਸ ਤੋਂ ਜਾਣੂ ਕਰਵਾਵਾਂਗੇ ਤੁਹਾਨੂੰ ਇਸ ਪ੍ਰੋਗਰਾਮ ਦੇ ਰਾਹੀਂ। ਤਾਂ ਅਗਲੀ ਖਬਰ ਜਿਹੜੀ ਹੈ ਉਹ ਵੀ ਕਾਂਗਰਸ ਦੇ ਨਾਲ ਹੀ ਜੁੜੀ ਹੋਈ ਹੈ ਕਿ ਜਿਹੜੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਵਿੱਚ ਇੱਕ ਵਾਰ ਫਿਰ ਤੋਂ ਬਗਾਵਤ ਦੇਖਣ ਨੂੰ ਮਿਲੀ ਹੈ। ਹੁਣ ਇਹ ਬਗਾਵਤ ਕਿਸ ਦੇ ਵੱਲੋਂ ਕੀਤੀ ਗਈ ਹੈ ਉਹ ਵੀ ਤੁਹਾਨੂੰ ਦੱਸਾਂਗੇ ਤੇ ਇਸ ਦੇ ਸਮੀਕਰਨ ਕਿਸ ਤਰੀਕੇ ਦੇ ਨਾਲ ਚੇਂਜ ਹੋਣਗੇ ਉਸ ਤੇ ਵੀ ਜਿਹੜੀ ਹੈ ਗੱਲਬਾਤ ਕਰਾਂਗੇ। ਤਾਂ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਚੰਨੀ ਸਰਕਾਰ ਬਾਦਲਾਂ ਤੇ ਲਗਾਤਾਰ ਸਕੰਜਾ ਜਿਹੜਾ ਕੱਸ ਰਹੀ ਹੈ, ਕਿਸ ਤਰੀਕੇ ਦੇ ਨਾਲ ਸਕੰਜਾ ਕੱਸਿਆ ਜਾ ਰਿਹਾ ਹੈ ਉਸ ਤੇ ਗੱਲਬਾਤ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਪਿਛਲੇ ਦਿਨੀ ਬਿਜਲੀ ਸੰਕਟ ਨੂੰ ਲੈ ਕੇ ਦੇਸ਼ ਦੇ ਵਿੱਚ ਹਾਹਾਕਾਰ ਮਚਿਆ ਹੋਈ ਹੈ ਉਸ ਨੂੰ ਲੈ ਕੇ ਭਾਰਤ ਸਰਕਾਰ ਦਾ ਜਿੱਥੇ ਵੱਡਾ ਬਿਆਨ ਆਇਆ ਤਾਂ ਉੱਥੇ ਨਵਜੋਤ ਸਿੰਘ ਸਿੱਧੂ ਨੇ ਵੀ ਚੰਨੀ ਸਰਕਾਰ ਨੂੰ ਇੱਕ ਤਰੀਕੇ ਦੀ ਨਸੀਹਤ ਦੇ ਦਿੱਤੀ ਹੈ। ਭਾਰਤ ਸਰਕਾਰ ਦੇ ਵਿੱਚ ਬਿਆਨ ਦੇ ਵਿਚਕਾਰ ਤੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਦੇ ਵਿਚਕਾਰ ਜਿਹੜੀਆਂ ਕੰਪਨੀਆਂ ਨਿੱਜੀ ਕੰਪਨੀਆਂ ਜਿਹੜੀਆਂ ਪੰਜਾਬ ਨੂੰ ਬਿਜਲੀ ਪ੍ਰੋਵਾਈਡ ਕਰ ਰਹੀਆਂ, ਜਿਨ੍ਹਾਂ ਦੇ ਨਾਲ ਪੀਪੀਏ ਸਮਝੌਤੇ ਹੋਏ ਨੇ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਘੇਰਿਆ ਜਾ ਸਕਦਾ ਹੈ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਤੇ ਨਿਜਾਤ ਕਿਵੇਂ ਮਿਲ ਸਕਦੀ ਹੈ ਪੰਜਾਬ ਦੇ ਲੋਕਾਂ ਨੂੰ ਉਹ ਵੀ ਦੱਸਿਆ। ਇਸ ਦੇ ਵੀ ਵਿਸਥਾਰਪੂਰਵਕ ਚਰਚਾ ਕਰਾਂਗੇ ਤੇ ਚਰਚਾ ਦੇ ਵੀ ਮੇਰੇ ਨਾਲ ਜੁੜੇ ਨੇ ਡਾਕਟਰ ਭੀਮੇਂਦਰ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰ, ਸਵਾਗਤ ਹੈ ਜੀ ਪ੍ਰੋਗਰਾਮ ਦੇ। ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਸਰ, ਸਭ ਤੋਂ ਪਹਿਲਾਂ ਤਾਂ ਆਪਾਂ ਕਾਂਗਰਸ ਪ੍ਰਧਾਨ ਨੂੰ ਬਦਲਣ ਨੂੰ ਲੈ ਕੇ ਗੱਲਬਾਤ ਕਰੀਏ। 16 ਅਕਤੂਬਰ ਨੂੰ ਜਿਹੜੀ ਸੀਡਬਲਯੂਸੀ ਦੀ ਕਾਂਗਰਸ ਵਰਕਿੰਗ ਕਮੇਟੀ ਜਿਹੜੀ ਬੈਠਕ ਸੱਦੀ ਗਈ ਹੈ ਤਾਂ ਉਧਰ ਕਹਿੰਦੇ G23 ਨੇ ਜਿੰਨੇ ਦਿਨ ਮਿਲ ਗਏ ਜਿੱਦਣ ਤੋਂ ਅਨਾਉਂਸ ਹੋਈ, ਆਪਾਂ ਜਿੱਦਣ ਤੋਂ ਅਨਾਉਂਸ ਹੋਈ ਸੀ ਸੀਡਬਲਯੂਸੀ ਦੀ ਬੈਠਕ, ਆਪਾਂ ਉਦੋਂ ਤੋਂ ਹੀ ਪਹਿਲਾ ਪ੍ਰੋਗਰਾਮ ਕਰਤਾ ਸੀ। 2-3 ਦਿਨ ਦੀ ਗੱਲ ਹੋ ਗਈ ਹੈ ਤੇ ਜਿਹੜੇ ਹੈਗੇ ਹਾਲੇ 4-5 ਦਿਨ ਪਏ ਨੇ। ਤਾਂ ਅਜਿਹੇ ਦੇ ਵਿੱਚ ਕਹਿੰਦੇ ਕਾਂਗਰਸ ਪ੍ਰਧਾਨ ਬਦਲਣ ਨੂੰ ਲੈ ਕੇ G23 ਦੀ ਜਿਹੜੀ ਲੰਬੇ ਸਮੇਂ ਤੋਂ ਮੰਗ ਸੀ ਤਾਂ ਅਜਿਹੇ ਦਿਨਾਂ ਦੇ ਵਿਚਕਾਰ ਕਹਿੰਦੇ G23 ਨੇ ਪੂਰੇ ਤਰੀਕੇ ਦੇ ਨਾਲ ਜਿਹੜੀ ਪਲੈਨਿੰਗ ਕਰ ਲਈ ਹੈ। ਕਹਿੰਦੇ ਪਲੈਨਿੰਗ ਇਸ ਤਰੀਕੇ ਨਾਲ ਕਰ ਲਈ ਹੈ ਕਿ ਹੁਣ ਪ੍ਰਧਾਨ ਬਦਲ ਕੇ ਹੀ ਰਹੇਗਾ। ਕਿਵੇਂ ਦੇਖਦੇ ਹੋ ਕਿ ਗਾਂਧੀ ਪਰਿਵਾਰ ਦਾ ਜੀ ਹੁਣ ਕਾਂਗਰਸ ਦਾ ਪ੍ਰਧਾਨ ਨਹੀਂ ਰਹੇਗਾ? ਸੁਖਵਿੰਦਰ ਜੀ, ਦੇਖੋ, ਜਿੱਥੋਂ ਤੱਕ ਗਾਂਧੀ ਪਰਿਵਾਰ ਦਾ ਸੰਬੰਧ ਹੈ, ਆਪਾਂ ਪਿਛਲੇ ਲਗਭਗ ਕਹਿ ਸਕਦੇ ਹਾਂ ਕਿ 100 ਸਾਲ ਤੋਂ ਗਾਂਧੀ ਪਰਿਵਾਰ ਦਾ ਕਬਜ਼ਾ ਹੈ। ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਔਰ ਹੁਣ ਵੀ ਦਰਸ਼ਕਾਂ ਨੂੰ ਦੱਸਣ ਦੀ ਲੋੜ ਹੈ ਕਿ ਮੋਤੀ ਲਾਲ ਨਹਿਰੂ ਤੋਂ ਲੈ ਕੇ ਡਾਕਟਰ ਸਾਹਿਬ ਆਪਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜੀ ਪ੍ਰਧਾਨਗੀ ਦੀ ਅਸੀਂ ਗੱਲ ਕਰ ਰਹੇ ਹਾਂ ਰਾਸ਼ਟਰੀ ਪੱਧਰ ਦੇ ਉੱਪਰ ਗੱਲ ਕਰ ਰਹੇ ਹਾਂ। ਕਾਂਗਰਸ ਦੇ ਕੌਮੀ ਪ੍ਰਧਾਨ ਜਿਹੜਾ ਵਿਖੇੜਾ ਖੜਾ ਹੋਇਆ ਸੀ ਉਸ ਸੰਬੰਧ ਦੇ ਵਿੱਚ ਗੱਲ ਕਰ ਰਹੇ ਹਾਂ। ਬਿਲਕੁਲ ਇਹ ਜਿਹੜੀ ਕੌਮੀ ਪ੍ਰਧਾਨ ਆਪਾਂ ਕਹਿ ਸਕਦੇ ਹਾਂ ਜਿਹਦੇ ਵਿੱਚ ਸੋਨੀਆ ਜੀ ਇਸ ਵੇਲੇ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਕੰਮ ਕਰ ਰਹੇ ਨੇ। ਸੋ ਇਹਦਾ ਜਦੋਂ ਅਸੀਂ ਇਤਿਹਾਸ ਵੇਖਦੇ ਹਾਂ ਤਾਂ ਨਹਿਰੂ ਪਰਿਵਾਰ ਇੱਕ ਧੁਰੇ ਦੇ ਤੌਰ ਤੇ ਕੰਮ ਕਰਦਿਆ ਨਜ਼ਰ ਆ ਰਿਹਾ। ਆਪਾਂ ਸ਼ੁਰੂ 'ਚ ਮੋਤੀ ਲਾਲ ਨਹਿਰੂ ਤੋਂ ਗੱਲ ਸ਼ੁਰੂ ਕਰੀਏ। ਉਹਨਾਂ ਦੇ ਸਪੁੱਤਰ ਜਵਾਹਰ ਲਾਲ ਨਹਿਰੂ, ਉਹਨਾਂ ਦੀ ਬੇਟੀ ਇੰਦਰਾ ਗਾਂਧੀ ਜੀ, ਉਹਨਾਂ ਦਾ ਫਿਰ ਬੇਟਾ ਰਾਜੀਵ ਗਾਂਧੀ ਜੀ, ਉਹਨਾਂ ਦੀ ਨੂੰਹ ਸੋਨੀਆ ਗਾਂਧੀ ਜੀ, ਉਹਨਾਂ ਦਾ ਬੇਟਾ ਔਰ ਬੇਟੀ ਰਾਹੁਲ ਜੀ ਔਰ ਪ੍ਰਿयंका ਗਾਂਧੀ ਜੀ। ਸੋ ਕਹਿਣ ਦਾ ਮਤਲਬ ਇਹੀ ਦੱਸਣ ਦਾ ਹੈ ਕਿ ਗਾਂਧੀ ਪਰਿਵਾਰ ਦੇ ਆਲੇ ਦੁਆਲੇ ਕਾਂਗਰਸ ਜਿਹੜੀ ਹੈਗੀ ਹੈ ਘੁੰਮਦੀ ਰਹੀ ਹੈ ਔਰ ਇਸੇ ਕਰਕੇ ਕਾਂਗਰਸ ਦੇ ਉੱਤੇ ਬਹੁਤ ਵਾਰ ਇਹ ਦੋਸ਼ ਵੀ ਲੱਗੇ ਹੈ ਕਿ ਇੱਕ ਪਰਿਵਾਰ ਨੂੰ ਜਾਂ ਇੱਕ ਪਰਿਵਾਰ ਦੀ ਪਾਰਟੀ ਹੋਣ ਤੱਕ ਜਿਹੜੀ ਹੈਗੀ ਹੈ ਸੀਮਿਤ ਰਹਿ ਚੁੱਕੀ ਹੈ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਉਮੀਦ ਇਹੀ ਕੀਤੀ ਜਾਣੀ ਚਾਹੀਦੀ ਸੀ ਕਿ ਇਸ ਪਰਿਵਾਰ ਤੋਂ ਬਾਹਰ ਆਉਂਦੀ, ਪਰ ਹੁਣ ਵੀ ਅਗਲੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਾਂ ਇਸ ਵੇਲੇ ਵਾਪਰ ਰਹੀਆਂ ਨੇ ਤਾਂ ਉੱਥੋਂ ਹੀ ਲੱਗਦਾ ਹੈ ਕਿ ਗਾਂਧੀ ਪਰਿਵਾਰ ਦਾ ਕੋਈ ਬੰਦਾ ਹੀ ਜਿਹੜਾ ਹੈਗਾ ਅਗਲਾ ਪ੍ਰਧਾਨ ਬਣ ਸਕਦੇ ਨੇ। ਖਾਸ ਤੌਰ ਤੇ ਰਾਹੁਲ ਜੀ ਦਾ ਨਾਮ ਮੁੱਖ ਤੌਰ ਤੇ ਚੱਲ ਰਿਹਾ, ਉਹਨਾਂ ਤੋਂ ਬਾਅਦ ਪ੍ਰਿयंका ਜੀ ਦਾ ਨਾਮ ਚੱਲ ਰਿਹਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਸੋਨੀਆ ਜੀ ਤੋਂ ਬਾਅਦ ਜੇ ਕੋਈ ਕਮਾਂਡ ਸੰਭਾਲੇਗਾ ਕਾਂਗਰਸ ਦੀ ਤਾਂ ਗਾਂਧੀ ਪਰਿਵਾਰ ਦੇ ਵਿੱਚੋਂ ਹੀ ਉਹ ਹੋ ਸਕਦਾ ਹੈ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਡਾਕਟਰ ਸਾਹਿਬ ਜਿਹੜੇ G23 ਦੇ ਮੈਂਬਰ ਨੇ ਜਿਹੜੇ ਉਹਦੇ ਵਿੱਚ ਕਪਿਲ ਸਿੱਬਲ ਜਾਂ ਗੁਲਾਮ ਨਬੀ ਆਜ਼ਾਦ ਵਰਗੇ ਜਿਹੜੇ ਸੀਨੀਅਰ ਲੀਡਰ ਇਸ G23 ਗਰੁੱਪ ਦੇ ਵਿੱਚ ਬੈਠੇ ਨੇ ਤਾਂ ਉਹ ਜਿਹੜੇ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ਦੇ ਹੱਕ ਦੇ ਵਿੱਚ ਹੈ ਨਹੀਂ। ਇਸੇ ਕਰਕੇ ਹੀ ਜਿਹੜੀ ਹੈ ਚੋਣ ਮੁਲਤਵੀ ਕੀਤੀ ਜਾ ਰਹੀ ਸੀ, ਚੋਣ ਦਾ ਜਿਹੜੀ ਚੋਣ ਲਟਕਾਈ ਜਾ ਰਹੀ ਸੀ ਸੋਨੀਆ ਗਾਂਧੀ ਦੇ ਵੱਲੋਂ ਅਜਿਹੇ ਕਰਕੇ ਹੀ। ਤਾਂ ਉਹ ਬਣਾ ਕੇ ਨਹੀਂ ਰਾਜੀ ਕਰਨ। ਨਹੀਂ, ਦੇਖੋ, ਇਹਦੇ 'ਚ ਇਹ ਹੁੰਦਾ ਕਿ ਤੁਹਾਡੀ ਗਿਣਤੀ ਬਹੁਤ ਕਾਊਂਟ ਕਰਦੀ ਹੈ। ਜੇ ਆਪਾਂ ਕਹੀਏ ਵੀ ਸਿਰਫ 23 ਬੰਦਿਆਂ ਦੇ ਨਾਲ ਪ੍ਰਧਾਨ ਜਿਹੜਾ ਹੈਗਾ ਬਦਲਿਆ ਜਾਵੇਗਾ, ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਇਹ ਜਿਹੜੇ 23 ਲੀਡਰ ਨੇ ਕੋਈ ਛੋਟੇ ਲੀਡਰ ਨੇ।
ਜਿਵੇਂ ਤੁਸੀਂ ਕਿਹਾ ਕਿ ਬਹੁਤ ਵੱਡੇ ਵੱਡੇ ਲੀਡਰ ਨੇ, ਗੁਲਾਮ ਨਬੀ ਆਜ਼ਾਦ ਤੋਂ ਲੈ ਕੇ ਨੀਚੇ ਤੱਕ ਜਦੋਂ ਅਸੀਂ ਦੇਖਦੇ ਹਾਂ ਉਹਨਾਂ ਉਸ ਲਿਸਟ ਦੇ ਉੱਤੇ 23 ਬੰਦਿਆਂ ਦੇ ਉੱਤੇ ਝਾਤ ਮਾਰਦੇ ਆ ਤਾਂ ਬਹੁਤ ਵੱਡੇ ਥੰਮ ਕਹਿ ਸਕਦੇ ਆ ਕਿ ਕਾਂਗਰਸ ਦੇ ਰਹੇ ਆ ਹੁਣ ਤੱਕ। ਪਰ ਜੇ ਆਪਾਂ ਕਹੀਏ ਕਿਉਂਕਿ ਗਿਣਤੀ ਤਾਂ ਇੱਕ ਵੋਟ ਦੀ ਇੱਕੋ ਹੀ ਹੋਣੀ ਹੈ, ਸੋ ਇਸ ਕਰਕੇ ਜਦੋਂ ਦੂਜੇ ਪਾਸੇ ਅਸੀਂ ਦੇਖਾਂਗੇ ਤਾਂ ਉਹਨਾਂ ਦੀ ਗਿਣਤੀ ਥੋੜੀ ਜਿਹੜੀ ਹੈਗੀ ਹੈ ਉਹ ਜ਼ਿਆਦਾ ਹੈ ਔਰ ਜ਼ਿਆਦਾ ਗਿਣਤੀ ਦੇ ਵਿੱਚੋਂ ਹੀ ਪ੍ਰਧਾਨ ਨਿਕਲਣਾ ਹੈ। ਸੋ ਇਸ ਕਰਕੇ ਆਪਾਂ ਉਮੀਦ ਇਹ ਕਹਿ ਸਕਦੇ ਹਾਂ ਕਿ ਕੋਸ਼ਿਸ਼ ਜ਼ਰੂਰ ਕਰ ਰਹੇ ਨੇ G20 ਦੀ ਕਿ ਗਾਂਧੀ ਪਰਿਵਾਰ ਤੋਂ ਖਹਿੜਾ ਛੁਡਾਇਆ ਜਾਏ, ਕੋਈ ਨਵਾਂ ਬੰਦਾ ਜਿਹੜਾ ਹੈਗਾ ਸੀਨੀਅਰ ਬੰਦਾ ਉਹ ਲਿਆਂਦਾ ਜਾਏ। ਪਰ ਜਦੋਂ ਗਿਣਤੀ ਦਾ ਸਵਾਲ ਆਏਗਾ ਤਾਂ ਲਾਜ਼ਮੀ ਤੌਰ ਤੇ ਉਹਦੇ ਵਿੱਚ ਗਾਂਧੀ ਪਰਿਵਾਰ ਦੀ ਜਿੱਤ ਹੋਵੇਗੀ। ਸੋ ਉਮੀਦ ਇਹੀ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਉਮੀਦ ਇਸ ਵੇਲੇ ਇਹੀ ਲਾਈ ਜਾ ਰਹੀ ਹੈ ਕਿ ਗਾਂਧੀ ਪਰਿਵਾਰ ਦੇ ਵਿੱਚੋਂ ਹੀ ਅਗਲਾ ਪ੍ਰਧਾਨ ਜਿਹੜਾ ਹੈਗਾ ਉਹ ਹੋਣ ਦੀਆਂ ਸੰਭਾਵਨਾਵਾਂ ਨੇ। ਔਰ 16 ਤਰੀਕ ਨੂੰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਦੁਸ਼ਹਿਰੇ ਤੋਂ ਅਗਲੇ ਦਿਨ ਹੀ ਜਿਹੜਾ ਹੈਗਾ ਉਹ ਉਮੀਦ ਹੈ ਕਿ VOTING ਹੋ ਜਾਏ ਔਰ ਨਵਾਂ ਪ੍ਰਧਾਨ ਬੜੇ ਲੰਮੇ ਸਮੇਂ ਤੋਂ ਆਪਾਂ ਦੇਖਦੇ ਹਾਂ ਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਸੋਨੀਆ ਗਾਂਧੀ ਜੀ ਨੂੰ ਪ੍ਰਧਾਨ ਬਣਾਇਆ ਗਿਆ ਸੀਗਾ ਤਾਂ ਸੋਨੀਆ ਗਾਂਧੀ ਜੀ ਨੇ ਬਾਰ-ਬਾਰ ਇਹ ਗੱਲ ਕਹੀ ਸੀ ਕਿ ਮੇਰੀ ਹੁਣ ਤਬੀਅਤ ਜਿਹੜੀ ਹੈਗੀ ਆ, ਮੇਰੀ ਸਿਹਤ ਜਿਹੜੀ ਹੈਗੀ ਹੈ ਉਹ ਅਲਾਉ ਨਹੀਂ ਕਰਦੀ। ਇਸੇ ਕਰਕੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਹਜੇ ਫਿਲਹਾਲ ਕਾਰਜਕਾਰੀ ਪ੍ਰਧਾਨ ਰਹੋ ਔਰ ਜਿੰਨੀ ਦੇਰ ਅਗਲੀਆਂ ਚੋਣਾਂ ਨਹੀਂ ਹੁੰਦੀਆਂ, ਅਗਲੀਆਂ ਪ੍ਰਧਾਨਗੀ ਦੀਆਂ ਵੋਟਾਂ ਨਹੀਂ ਪੈਂਦੀਆਂ ਤਾਂ ਉਨੀ ਦੇਰ ਤੁਹਾਨੂੰ ਅਸੀਂ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਰੱਖਾਂਗੇ। ਔਰ ਉਹਨਾਂ ਨੇ ਆਪਣਾ ਜੋ ਸਮਾਂ ਹੈ ਉਹ ਬਾਖੂਬੀ ਨਿਭਾਇਆ ਹੈ। ਔਰ ਉਹਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਰਾਹੁਲ ਜੀ ਔਰ ਪ੍ਰਿੰਕਾ ਜੀ ਨੂੰ ਅੱਗੇ ਲਿਆਉਣ ਦੀ ਉਹਨਾਂ ਨੇ ਬਾਰ-ਬਾਰ ਕੋਸ਼ਿਸ਼ ਕੀਤੀ ਹੈ ਔਰ ਪ੍ਰਿੰਕਾ ਔਰ ਜਿਹੜੇ ਨੇ ਰਾਹੁਲ ਜੀ ਲਗਾਤਾਰ ਸੋਨੀਆ ਜੀ ਦੇ ਨਾਂ ਦੇ ਉੱਤੇ ਜਿਹੜੇ ਨੇ ਉਹ ਆਪਣਾ ਕਾਰਜ ਵੀ ਕਰਦੇ ਰਹੇ ਨੇ ਔਰ ਲਗਭਗ ਪ੍ਰਧਾਨਗੀ ਵਾਲਾ ਕੰਮ ਹੀ ਰਾਹੁਲ ਗਾਂਧੀ ਕਰਦੇ ਨਜ਼ਰ ਆਏ ਨੇ ਪਿਛਲੇ ਦਿਨਾਂ ਦੇ ਵਿੱਚ। ਤੁਸੀਂ ਦੇਖਿਆ ਹੋਵੇਗਾ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਮੀਟਿੰਗਾਂ ਸਾਡੇ ਵਿਧਾਇਕਾਂ ਨਾਲ ਜਾਂ ਜਿਹੜੀਆਂ ਕਾਂਗਰਸ ਦੇ ਲੀਡਰਾਂ ਨਾਲ ਕਿਹਨਾਂ ਦੀਆਂ ਹੋਈਆਂ, ਉਹ ਰਾਹੁਲ ਜੀ ਦੀਆਂ ਹੀ ਹੋਈਆਂ। ਔਰ ਰਾਹੁਲ ਜੀ ਨੇ ਇੱਥੇ ਬਹੁਤ ਕੁਝ ਜਿਹੜੀਆਂ ਤਬਦੀਲੀਆਂ ਵੀ ਕੀਤੀਆਂ ਔਰ ਖਾਸ ਤੌਰ ਤੇ ਜਦੋਂ ਚੰਨੀ ਸਾਹਿਬ ਦਾ ਚਿਹਰਾ ਅਸੀਂ ਵੇਖਦੇ ਹਾਂ, ਮੁੱਖ ਮੰਤਰੀ ਨੂੰ ਜਦੋਂ ਬਦਲਣ ਦੀ ਗੱਲ ਆਈ ਹੈ ਤਾਂ ਲਾਜ਼ਮੀ ਤੌਰ ਤੇ ਉਹਦੇ ਵਿੱਚ ਰਾਹੁਲ ਜੀ ਦਾ ਬਹੁਤ ਵੱਡਾ ਰੋਲ ਰਿਹਾ ਹੈ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਵੱਖ-ਵੱਖ ਸਟੇਟਾਂ ਦੇ ਵਿੱਚ ਇਸ ਵੇਲੇ ਜਿੱਥੇ-ਜਿੱਥੇ ਸੱਤਾ ਹੈ ਜਾਂ ਜਿੱਥੇ-ਜਿੱਥੇ ਵਿਰੋਧੀ ਧਿਰ ਦੇ ਵਿੱਚ ਵੀ ਹੈ ਕਾਂਗਰਸ, ਉੱਥੇ ਰਾਹੁਲ ਜੀ ਦਾ ਜਿਹੜਾ ਰੋਲ ਆਪਾਂ ਕਹਿ ਸਕਦੇ ਹਾਂ ਕਿ ਲਗਭਗ ਪ੍ਰਧਾਨ ਵਰਗਾ ਹੀ ਰਿਹਾ ਹੈ। ਸੋ ਇਸ ਕਰਕੇ ਚਾਹੇ ਉਹ ਰਾਜਸਥਾਨ ਹੋਵੇ, ਚਾਹੇ ਉਹ ਛੱਤੀਸਗੜ੍ਹ ਹੋਵੇ, ਚਾਹੇ ਕੋਈ ਹੋਰ ਜਿਹੜੇ ਵੱਖ-ਵੱਖ ਸੂਬੇ ਹੋਣ ਜਿੱਥੇ ਕਿ ਆਪਾਂ ਕਹਿ ਸਕਦੇ ਹਾਂ ਕਿ ਕਾਂਗਰਸ ਦਾ ਜਿਹੜਾ ਹੈਗਾ ਬਹੁਤ ਕਾਫੀ ਜਿਹੜਾ ਹੈ ਹਜੇ ਵੀ ਆਪਾਂ ਕਹਿ ਸਕਦੇ ਹਾਂ ਕਿ ਬੋਲਬਾਲਾ ਹੈ। ਸੋ ਉਸ ਸਾਰੇ ਚੀਜ਼ ਨੂੰ ਮੈਨੇਜ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਉਹ ਰਾਹੁਲ ਗਾਂਧੀ ਜੀ ਦੁਆਰਾ ਹੀ ਕੀਤੀ ਜਾ ਰਹੀ ਹੈ। ਸੋ ਇਸ ਕਰਕੇ ਉਮੀਦ ਕੀਤੀ ਜਾਣੀ ਬਣਦੀ ਹੈ ਕਿ 16 ਤਰੀਕ ਨੂੰ ਕਾਫੀ ਗੱਲਾਂ ਜਿਹੜੀਆਂ ਨੇ ਕਲੀਅਰ ਹੋ ਜਾਣਗੀਆਂ ਔਰ ਨਵਾਂ ਪ੍ਰਧਾਨ ਮਿਲਣ ਦੀਆਂ ਸੰਭਾਵਨਾਵਾਂ 16 ਨੂੰ ਰਾਹੁਲ ਗਾਂਧੀ ਜੀ ਦੇ ਪ੍ਰਧਾਨ ਮਿਲਣ ਦੀਆਂ ਸੰਭਾਵਨਾਵਾਂ ਇਸ ਵੇਲੇ ਕਾਫੀ ਜਿਹੜੀਆਂ ਨੇ ਆਪਾਂ ਕਹਿ ਸਕਦੇ ਹਾਂ ਕਿ ਬਣ ਚੁੱਕੀਆਂ ਨੇ। ਸੁਖਿੰਦਰ ਜੀ ਬਿਲਕੁਲ, ਜੇਕਰ ਆਪਾਂ ਅਗਲੀ ਖਬਰ ਦੀ ਗੱਲਬਾਤ ਕਰੀਏ ਤਾਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵੀ ਅੱਜ ਇੱਕ ਅਹਿਮ ਬੈਠਕ ਹੈ ਜਿਹੜੀ ਪੰਜਾਬ ਕੈਬਨਿਟ ਦੀ ਬੁਲਾ ਲਈ ਗਈ ਹੈ। 11:30 ਵਜੇ ਇਹ ਬੈਠਕ ਬੁਲਾਈ ਗਈ ਹੈ। ਕਿਵੇਂ ਦੇਖਦੇ ਹੋ ਕਿ ਇਸ ਬੈਠਕ ਦੇ ਵਿੱਚ ਕਿਹੋ ਜਿਹੇ ਜਿਹੜੇ ਫੈਸਲੇ ਜਿਹੜੇ ਹੋ ਸਕਦੇ? ਦੇਖੋ, ਪਿਛਲੇ ਲੰਮੇ ਸਮੇਂ ਤੋਂ ਕਿਉਂਕਿ ਚੰਨੀ ਸਾਹਿਬ ਬੜੇ ਬਿਜ਼ੀ ਰਹੇ ਨੇ, ਉਹਨਾਂ ਦੇ ਕੱਲ ਆਪਾਂ ਕਹਿ ਸਕਦੇ ਹਾਂ ਕਿ ਸੁਪੁੱਤਰ ਦੀ ਮੈਰਿਜ ਸੀਗੀ, ਵਿਆਹ ਸੀਗਾ, ਬਹੁਤ ਸਿੱਧੇ ਸਾਦੇ ਢੰਗ ਦੇ ਨਾਲ ਉਹਨਾਂ ਨੇ ਆਪਣੇ ਸੁਪੁੱਤਰ ਦੀ ਮੈਰਿਜ ਕੀਤੀ ਔਰ ਜਿਹਦੀ ਚਰਚਾ ਪੂਰੇ ਵਿਸ਼ਵ ਦੇ ਵਿੱਚ ਹੋਈ। ਇੱਕ ਚੰਗੀ ਗੱਲ ਪਿਰਤ ਉਹਨਾਂ ਨੇ ਜ਼ਰੂਰ ਪਾਈ ਹੈ ਕਿ ਬਿਲਕੁਲ ਸਾਦੇ ਔਰ ਸਿੰਪਲ ਵਿਆਹ ਆਪਾਂ ਕਿਵੇਂ ਕਰ ਸਕਦੇ ਹਾਂ ਔਰ ਖਾਸ ਤੌਰ ਤੇ ਗੁਰੂ ਸਾਹਿਬ, ਖਾਸ ਤੌਰ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਬਿਲਕੁਲ ਸਿੰਪਲ ਲੰਗਰ ਛਕ ਕੇ ਵੀ ਜਿਹੜਾ ਹੈਗਾ ਵਿਆਹ ਕੀਤਾ ਜਾ ਸਕਦਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਨਵੀਂ ਪਿਰਤ ਉਹਨਾਂ ਨੇ ਪਾਈ ਹੈ। ਇਸ ਤੋਂ ਇਲਾਵਾ ਉਹਨਾਂ ਨੇ ਜੇਕਰ ਕੈਬਨਿਟ ਬੁਲਾਈ ਹੈ, ਮੀਟਿੰਗ ਬੁਲਾਈ ਹੈ ਤਾਂ ਲਾਜ਼ਮੀ ਤੌਰ ਤੇ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਭਖਦਾ ਹੈ ਉਹ ਬਿਜਲੀ ਦਾ ਮੁੱਦਾ ਹੈ, ਕਿਉਂਕਿ ਬਿਜਲੀ ਤੋਂ ਬਿਨਾਂ ਪੰਜਾਬ ਜਿਹੜਾ ਹੈਗਾ ਨਹੀਂ ਚੱਲ ਸਕੇਗਾ ਔਰ ਬਿਜਲੀ ਦਾ ਇੱਕ ਐਸਾ ਸੰਕਟ ਵੱਖ-ਵੱਖ ਸਟੇਟਾਂ ਦੇ ਸਾਹਮਣੇ ਆ ਚੁੱਕਿਆ ਹੈ। ਔਰ ਜਿਵੇਂ ਆਪਾਂ ਵੀ ਕੱਲ ਵੀ ਗੱਲ ਕੀਤੀ ਸੀ ਔਰ ਅੱਜ ਵੀ ਇਹ ਗੱਲ ਸੁਰਖੀਆਂ ਬਣੀ ਹੋਈ ਹੈ ਅਖਬਾਰਾਂ ਦੀ ਕਿ ਬਿਜਲੀ ਸੰਕਟ ਕਰਕੇ ਕਾਫੀ ਚੀਜ਼ਾਂ ਪ੍ਰਭਾਵਿਤ ਹੋ ਸਕਦੀਆਂ ਨੇ। ਉਹਦੇ 'ਚ ਕੀਮਤਾਂ ਜਿਹੜੀਆਂ ਨੇ ਰੇਟ ਉਹ ਵੱਧ ਸਕਦੇ ਨੇ, ਹਰ ਚੀਜ਼ ਦੇ ਰੇਟ ਵੱਧ ਸਕਦੇ ਨੇ। ਇੰਡਸਟਰੀ ਜਿਹੜੀ ਹੈਗੀ ਆ ਸਾਡੇ ਕਾਰਖਾਨੇ ਜਿਹੜੇ ਨੇ ਉਹ ਠੱਪ ਹੋ ਸਕਦੇ ਨੇ। ਇਸੇ ਤਰ੍ਹਾਂ ਆਮ ਜਨ ਜੀਵਨ ਜਿਹੜਾ ਹੈਗਾ ਉਹਦੇ ਉੱਤੇ ਬਹੁਤ ਵੱਡਾ ਪ੍ਰਭਾਵ ਪੈ ਸਕਦਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਬਹੁਤ ਵੱਡਾ ਸੰਕਟ ਇਸ ਵੇਲੇ ਮੰਡਰਾ ਰਿਹਾ ਹੈ ਪੰਜਾਬ ਦੇ ਉੱਤੇ। ਔਰ ਚੰਨੀ ਸਾਹਿਬ ਨੇ ਕੱਲ ਜਿਹੜੀ ਇੱਕ ਲੈਟਰ ਵੀ ਲਿਖਿਆ ਸੀ, ਖਤ ਵੀ ਲਿਖਿਆ ਸੀਗਾ
ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕਿ ਜਲਦੀ ਤੋਂ ਜਲਦੀ ਕੋਲੇ ਦਾ ਇੰਤਜ਼ਾਮ ਜਿਹੜਾ ਹੈਗਾ, ਜੋ ਸਾਡਾ ਬਣਦਾ ਕੋਲਾ ਹੈ ਉਹਦਾ ਇੰਤਜ਼ਾਮ ਕੀਤਾ ਜਾਏ। ਔਰ ਉਹਦੇ ਵਿੱਚ ਉਹ ਨਾ ਮਿਲਣ ਕਰਕੇ ਕਈ ਸਾਡੇ ਯੂਨਿਟ ਜਿਹੜੇ ਨੇ ਉਹ ਬੰਦ ਪਏ ਨੇ, ਸੋ ਉਹਨਾਂ ਨੂੰ ਵੀ ਜਿਹੜਾ ਮੈਂ ਹੈਗਾ ਇਹਦੇ ਨਾਲ ਚਲਾਉਣ ਦਾ ਇੱਕ ਖਬਰ ਮਸਲਾ। ਹੋਰ ਅਟੈਚ ਕਰ ਦਿੰਦਾ ਡਾਕਟਰ ਸਾਹਿਬ, ਮੈਂ ਇਹਦੇ ਨਾਲ ਖਬਰ ਹੋਰ ਅਟੈਚ ਕਰ ਦਿੰਦਾ। ਜਿਸ ਤਰੀਕੇ ਨਾਲ ਕੱਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਟਵੀਟ ਕੀਤਾ ਗਿਆ, ਕਹਿੰਦੇ ਕਿ ਨਿੱਜੀ ਕੰਪਨੀਆਂ ਨਾਲ ਜਿਹੜੇ ਸਮਝੌਤੇ ਹੋਏ ਹੋ ਰਹੇ ਆ, ਉਹਦੇ ਵਿੱਚ ਇਹ ਹੁੰਦਾ ਹੈ ਕਿ 30 ਦਿਨ ਦਾ ਕੋਲਾ ਜਿਹੜਾ ਤੁਸੀਂ ਰੱਖਣਾ ਹੁੰਦਾ, ਜਿਹੜੀਆਂ ਕੰਪਨੀਆਂ ਨੇ 30 ਦਿਨ ਦਾ ਕੋਲਾ ਜਿਹੜਾ ਉਹ ਰੱਖਣਾ ਹੁੰਦਾ, ਤੇ ਕੰਪਨੀਆਂ ਕੀ ਕਰਦੀਆਂ ਨੇ ਕਿ ਕੋਲਾ ਸਟਾਕ ਕਰਨ ਦੇ ਵਾਸਤੇ ਉੱਤੇ ਖਰਚਾ ਆਉਂਦਾ, ਤਾਂ ਉਹ ਕੋਲਾ ਸਟਾਕ ਨਹੀਂ ਕਰਦੀਆਂ, ਤਾਂ ਅਜਿਹੇ ਦੇ ਵਿੱਚ ਉਹਨਾਂ ਨੂੰ ਜੁਰਮਾਨਾ ਕੀਤਾ ਜਾਣਾ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿ ਰਹੇ ਨੇ ਤਾਂ ਕਿ ਪੰਜਾਬ ਸਰਕਾਰ ਇਸ ਵਾਲੇ ਪਾਸੇ ਨੂੰ ਵੀ ਵਧੂਗੀ, ਕਿਉਂਕਿ ਉਧਰਲੇ ਪਾਸੇ ਭਾਰਤ ਸਰਕਾਰ ਜਿਹੜੀ ਉਹ ਕਹਿ ਰਹੀ ਹੈ ਕਿ ਸਾਡੇ ਕੋਲੇ ਕੋਲੇ ਦੀ ਕਮੀ ਨਹੀਂ ਹੈ, ਤਾਂ ਇੱਧਰ ਪੰਜਾਬ ਦੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਆਪਣੇ ਕੁਝ ਪਲਾਂਟ ਜਿਹੜੇ ਬੰਦ ਕਰ ਦਿੱਤੇ ਆ, ਕੋਈ ਯੂਨਿਟਾਂ ਜਿਹੜੀਆਂ ਬੰਦ ਕਰ ਦਿੱਤੀਆਂ ਨੇ, ਮਾਫ ਕਰਨਾ ਪਲਾਂਟ ਕਹਿੰਦੇ, ਕੁਝ ਯੂਨਿਟਾਂ ਜਿਹੜੀਆਂ ਬੰਦ ਕਰ ਦਿੱਤੀਆਂ ਨੇ ਕੋਲੇ ਦੀ ਕਮੀ ਦੇ ਕਾਰਨ। ਤਾਂ ਫਿਰ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਯੂਨਿਟਾਂ ਬੰਦ ਕਰ ਦੇਣੀਆਂ, ਦੂਜੇ ਪਾਸੇ ਕੋਲੇ ਦੀ ਕਮੀ ਦੱਸਣੀ, ਤਾਂ ਤੀਜੇ ਪਾਸੇ ਜਿਹੜੀ ਕੇਂਦਰ ਸਰਕਾਰ ਹੈ ਉਹ ਇਹ ਗੱਲ ਕਹਿ ਰਹੀ ਹੈ ਕਿ ਸਾਡੇ ਕੋਲੇ ਕੋਲੇ ਦੀ ਕਮੀ ਨਹੀਂ। ਤਾਂ ਨਵਜੋਤ ਸਿੰਘ ਸਿੱਧੂ ਜੋ ਗੱਲ ਕਹਿ ਰਹੇ ਨੇ ਸਹੀ ਕਹਿ ਰਹੇ ਨੇ, ਤਾਂ ਫਿਰ ਅਜਿਹੇ ਦੇ ਵਿੱਚ ਇਸ ਵਾਲੇ ਪਾਸੇ ਵੀ ਵਿਚਾਰ ਚਰਚਾ ਕਰਨ ਦੀ ਜ਼ਰੂਰਤ ਹੈਗੀ ਹੈ। ਬਿਲਕੁਲ, ਦੇਖੋ ਨਵਜੋਤ ਸਿੰਘ ਸਿੱਧੂ ਤਾਂ ਬਾਰ-ਬਾਰ ਕਹਿੰਦੇ ਰਹੇ ਨੇ। ਇਸ ਤੋਂ ਪਹਿਲਾਂ ਵੀ ਆਪਾਂ ਜੇ ਯਾਦ ਕਰੀਏ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬਿਆਨ ਜਾਂ ਟਵੀਟ, ਉਹਨਾਂ ਨੇ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਹੁੰਦੇ ਸੀਗੇ ਤਾਂ ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਸੀਗਾ ਕਿ ਵਿਧਾਨ ਸਭਾ ਸੈਸ਼ਨ ਬੁਲਾ ਕੇ ਜਲਦੀ ਤੋਂ ਜਲਦੀ ਜਿਹੜੇ ਸਮਝੌਤੇ ਪ੍ਰਾਈਵੇਟ ਕੰਪਨੀਆਂ ਨਾਲ, ਬਿਜਲੀ ਕੰਪਨੀਆਂ ਦੇ ਨਾਲ ਕੀਤੇ ਗਏ ਨੇ ਉਹ ਰੱਦ ਹੋਣੇ ਚਾਹੀਦੇ ਨੇ, ਕਿਉਂਕਿ ਅਸਲੀ ਜਿਹੜੀ ਮਸਲੇ ਦੀ ਜੜ ਹੈ ਉਹ ਬਿਜਲੀ ਸਮਝੌਤੇ ਨੇ, ਖਾਸ ਤੌਰ ਤੇ ਜਿਹੜੇ ਪ੍ਰਾਈਵੇਟ ਕੰਪਨੀਆਂ ਦੇ ਨਾਲ ਸਮਝੌਤੇ ਕੀਤੇ ਹੋਏ ਨੇ। ਔਰ ਜਦੋਂ ਪ੍ਰਾਈਵੇਟ ਕੰਪਨੀਆਂ ਨੂੰ ਤੁਸੀਂ ਉਹਨਾਂ ਦੇ ਹੱਥਾਂ 'ਚ ਸਾਰੀ ਪਾਵਰ ਦੇ ਦੋਗੇ ਤਾਂ ਲਾਜ਼ਮੀ ਤੌਰ ਤੇ ਕੀ ਹੋਏਗਾ, ਤਾਂ ਜਿਹੜੀ ਹੈਗੀ ਉਹ ਕਰਪਟ ਹੋਣਗੇ। ਸੋ ਜਿਹੜੀ ਕਰਪਸ਼ਨ ਹੈ ਇਸ ਵੇਲੇ ਪ੍ਰਾਈਵੇਟ ਕੰਪਨੀਆਂ ਦੀ, ਉਹ ਸਿਰ ਚੜ ਕੇ ਬੋਲ ਰਹੀ ਹੈ। ਔਰ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦੀ ਡਿਊਟੀ ਹੈ ਕਿ 1 ਮਹੀਨੇ ਦਾ ਘੱਟੋ ਘੱਟ 31 ਦਿਨ ਦਾ 30 ਦਿਨ ਦਾ ਜਿਹੜਾ ਕੋਲਾ ਹੈ ਉਹਦਾ ਸਟਾਕ ਰੱਖਿਆ ਜਾਏ, ਪਰ ਕੰਪਨੀਆਂ ਕੀ ਕਰਦੀਆਂ ਨੇ, ਕੰਪਨੀਆਂ ਸਿਰਫ 3 ਜਾਂ 4 ਦਿਨਾਂ ਦਾ ਕੋਲਾ ਹੀ ਜਿਹੜੀਆਂ ਨੇ ਉਹ ਲਿਆਉਂਦੀਆਂ ਨੇ, ਕਿਉਂਕਿ ਉਹਨਾਂ ਨੂੰ ਸਸਤਾ ਪੈਂਦਾ ਹੈ। ਸੋ ਇਸ ਕਰਕੇ ਰੱਖ ਰਖਾਵ ਜਿਹੜਾ ਹੈਗਾ ਉਹਦਾ ਸੌਖਾ ਹੁੰਦਾ। ਸੋ ਕਹਿਣ ਦਾ ਮਤਲਬ ਹੈ ਕਿ ਇਹ ਤਾਂ ਵੱਡਾ ਸਵਾਲ ਹੈ ਹੀ ਆ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਚੁੱਕਿਆ ਹੈ ਕਿ ਵਿਧਾਨ ਸਭਾ ਸੈਸ਼ਨ ਬੁਲਾ ਕੇ ਇਹ ਜਿਹੜੇ ਸਮਝੌਤੇ ਨੇ ਉਹ ਵੀ ਰੱਦ ਹੋਣੇ ਚਾਹੀਦੇ ਨੇ। ਇਹ ਮੈਨੂੰ ਲੱਗਦਾ ਹੈ ਕਿ ਜਿਹੜੇ ਵਾਅਦੇ ਕੀਤੇ ਸੀਗੇ ਕੈਪਟਨ ਸਾਹਿਬ ਨੇ, ਆਪਾਂ ਨੂੰ ਯਾਦ ਹੋਏਗਾ ਕਿ 4.5 ਸਾਲ ਜਾਂ ਪੌਣੇ 5 ਸਾਲ ਪਹਿਲਾਂ, ਕਿ ਅਸੀਂ ਜਦੋਂ ਵੀ ਸੱਤਾ 'ਚ ਆਏ ਤਾਂ ਇਹ ਜਿਹੜੇ ਬਿਜਲੀ ਕੰਪਨੀਆਂ ਨਾਲ, ਪ੍ਰਾਈਵੇਟ ਕੰਪਨੀਆਂ ਨਾਲ ਸਮਝੌਤੇ ਹੋਏ ਨੇ, ਇਹਨਾਂ ਨੂੰ ਦਾ ਨਿਰੀਖਣ ਹੋਏਗਾ ਔਰ ਜੇਕਰ ਲੋੜ ਪਈ ਤਾਂ ਇਹ ਰੱਦ ਹੋਣਗੇ। ਇਹ ਗੱਲਾਂ ਪਹਿਲਾਂ ਮੈਨੀਫੈਸਟੋ ਦੇ ਵਿੱਚ ਕੀਤੀਆਂ ਗਈਆਂ ਨੇ। ਸੋ ਨਵਜੋਤ ਸਿੰਘ ਸਿੱਧੂ ਉਹੀ ਗੱਲਾਂ ਯਾਦ ਕਰਾਉਂਦੇ ਚੰਨੀ ਸਾਹਿਬ ਨੂੰ ਨਜ਼ਰ ਆ ਰਹੇ ਨੇ, ਔਰ ਚੰਨੀ ਸਾਹਿਬ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਜੇਕਰ ਇਹ ਮਸਲਾ ਅੱਗੇ ਵੱਧਦਾ ਹੈ, ਬਿਜਲੀ ਦਾ ਜਿਹੜਾ ਮਸਲਾ ਹੈ ਇਹ ਅੱਗੇ ਸੰਕਟ ਵੱਡਾ ਹੁੰਦਾ ਹੈ, ਤਾਂ ਲਾਜ਼ਮੀ ਤੌਰ ਤੇ ਸਰਕਾਰ ਜਿਹੜੀ ਹੈਗੀ ਹੈ ਉਹ ਚਾਰੇ ਪਾਸਿਓਂ ਘਿਰਦੀ ਨਜ਼ਰ ਆਏਗੀ, ਕਿਉਂਕਿ ਬਿਜਲੀ ਇੱਕ ਐਸਾ ਮੁੱਦਾ ਹੈ ਜਿਹਦੇ ਕਰਕੇ ਹੁਣ ਤੱਕ ਜਦੋਂ ਅਸੀਂ ਇਤਿਹਾਸ ਦੇਖਦੇ ਹਾਂ ਭਾਰਤ ਦਾ, ਤਾਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਇਸ ਲਈ ਸਰਕਾਰਾਂ ਗਿਰ ਗਈਆਂ ਕਿਉਂਕਿ ਉੱਥੇ ਬਿਜਲੀ ਸੰਕਟ ਉਹਨਾਂ ਤੋਂ ਕੰਟਰੋਲ ਨਹੀਂ ਹੋਇਆ। ਸੋ ਇਹੀ ਗੱਲ ਕਿਤੇ ਪੰਜਾਬ ਦੇ ਵਿੱਚ ਵਾਪਰ ਨਾ ਜਾਏ ਕਿ ਜੇਕਰ ਬਿਜਲੀ ਦਾ ਵੱਡਾ ਸੰਕਟ ਆਉਂਦਾ ਹੈ। ਆਪਾਂ ਨੂੰ ਤੁਸੀਂ ਯਾਦ ਕਰੋ ਕੁਝ ਮਹੀਨੇ ਪਹਿਲਾਂ ਜਦੋਂ ਕੈਪਟਨ ਸਾਹਿਬ ਦੇ ਵੇਲੇ ਜਦੋਂ ਐਨ ਪੀਕ ਤੇ ਸੀਗੀ ਗਰਮੀ, ਤਾਂ ਉਸ ਵੇਲੇ ਵੀ ਇਹ ਬਹੁਤ ਵੱਡਾ ਸੰਕਟ ਆਇਆ ਸੀਗਾ ਔਰ ਕੈਪਟਨ ਸਰਕਾਰ ਜਿਹੜੀ ਹੈਗੀ ਹੈ ਚਾਰੇ ਪਾਸਿਓਂ ਘਿਰਦੀ ਨਜ਼ਰ ਆਈ ਸੀਗੀ ਉਸ ਵੇਲੇ। ਸੋ ਆਪਾਂ ਕਹਿ ਸਕਦੇ ਹਾਂ ਕਿ ਲਾਜ਼ਮੀ ਤੌਰ ਤੇ ਇਹਦਾ ਹੱਲ ਜਿਹੜਾ ਹੈਗਾ ਚੰਨੀ ਸਾਹਿਬ ਨੂੰ ਕਰਨਾ ਪਏਗਾ ਔਰ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਸਵਾਲ ਉਠਾਏ ਨੇ ਆਪਣੇ ਟਵੀਟਾਂ ਦੇ ਰਾਹੀਂ ਉਹਨਾਂ ਦਾ ਹੱਲ ਜਿਹੜਾ ਹੈਗਾ ਲੱਭਣਾ ਪਏਗਾ। ਔਰ ਇਹਦੇ ਵਿੱਚ ਦਿਨ ਬੜੇ ਥੋੜੇ ਰਹਿ ਗਏ। ਕੀ ਲੱਗਦਾ ਕਿ ਇਸ ਪੂਰੇ ਜਿਹੜੀ ਬੈਠਕ ਹੋਣੀ ਅੱਜ ਦੀ ਉਹਦੇ ਵਿੱਚ ਕੋਈ ਅਹਿਮ ਫੈਸਲਾ ਲਿਆ ਜਾ ਸਕਦਾ ਹੋਵੇ? ਦੇਖੋ ਸਮਾਂ ਤਾਂ ਇਹੀ ਮੰਗ ਕਰਦਾ ਹੈ ਕਿ ਜਿੰਨੇ ਸਮਾਂ ਥੋੜਾ ਰਹਿ ਗਿਆ ਕਿ ਉਸ ਥੋੜੇ ਸਮੇਂ ਦੇ ਵਿੱਚ ਵੱਡੇ ਤੋਂ ਵੱਡੇ ਫੈਸਲੇ ਲਏ ਜਾਣ ਔਰ ਲੋਕਾਂ ਨੂੰ ਕੋਈ ਕੰਮ ਕਰਕੇ ਦਿਖਾਇਆ ਜਾਵੇ। ਪਰ ਫਿਲਹਾਲ ਆਪਾਂ ਦੇਖ ਸਕਦੇ ਹਾਂ ਕਿ ਫਿਲਹਾਲ ਕੋਈ ਐਸਾ ਕੰਮ ਨਜ਼ਰ ਨਹੀਂ ਆ ਰਿਹਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਚੰਨੀ ਸਾਹਿਬ ਦੇ ਖਾਤੇ 'ਚ ਪਿਆ ਹੋਵੇ ਕਿ ਇਹਨਾਂ ਨੇ ਬਹੁਤ ਵੱਡੇ ਕੰਮ ਕਰਕੇ ਜਿਹੜਾ ਲੋਕਾਂ ਨੂੰ ਰਾਹਤ ਦੇਤੀ। ਖਾਸ ਤੌਰ ਤੇ ਆਪਾਂ ਰੋਜ਼ਗਾਰ ਦਾ ਮਸਲਾ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਵੱਡਾ ਮਸਲਾ ਤਾਂ ਪੰਜਾਬ ਦੇ ਵਿੱਚ ਬਹੁਤ ਵੱਡਾ ਇਸ ਵੇਲੇ ਰੋਜ਼ਗਾਰ ਦਾ ਮਸਲਾ ਬਣਿਆ ਹੋਇਆ ਹੈ ਔਰ ਘਰ ਘਰ ਨੌਕਰੀ ਦਾ ਵਾਅਦਾ ਵੀ ਕੈਪਟਨ ਸਾਹਿਬ ਨੇ ਕੀਤਾ ਸੀਗਾ। ਸੋ ਉਹ ਵਾਅਦਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸੇ ਤਰ੍ਹਾਂ ਦੂਜਾ ਵੱਡਾ ਵਾਅਦਾ ਕਿਸਾਨੀ ਦੀ ਕਰਜ਼ਾ ਮਾਫੀ ਦਾ ਸੀਗਾ ਕਿ 100% ਜੋ ਕਰਜ਼ਾ ਹੈ ਕਿਸਾਨੀ ਦਾ ਉਹ ਮਾਫ ਕੀਤਾ ਜਾਏਗਾ। ਉਹ ਵਾਅਦਾ ਜਿਹੜਾ ਹੈਗਾ ਕਿਤੇ ਨਜ਼ਰ ਨਹੀਂ ਆ ਰਿਹਾ।
ਤੀਜਾ ਵੱਡਾ ਵਾਅਦਾ ਸੀਗਾ ਕਿ ਨਸ਼ਿਆਂ ਨੂੰ ਖਤਮ ਕਰਨ ਦਾ, ਔਰ ਉਹਨਾਂ ਨੇ ਕਿਹਾ ਸੀਗਾ ਕੈਪਟਨ ਸਾਹਿਬ ਨੇ ਕਿ 4 ਹਫ਼ਤਿਆਂ ਦੇ ਵਿੱਚ ਲੱਕ ਤੋੜਿਆ ਜਾਏਗਾ। ਉਹ ਜਿਹੜਾ ਹੈਗਾ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਸਾਡੇ ਨੌਜਵਾਨ ਜਿਹੜੇ ਨੇ ਉਹ ਨਸ਼ੇ ਨਾਲ ਖਤਮ ਹੋ ਰਹੇ ਨੇ। ਸੋ ਉਹ ਵਾਅਦਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਔਰ ਵੱਡੀ ਗੱਲ ਇਹੀ ਹੈ ਕਿ ਇਸ ਵੇਲੇ ਜਿਹੜੇ ਵੱਡੇ ਵੱਡੇ ਵਾਅਦੇ ਕਰਕੇ ਕੈਪਟਨ ਸਰਕਾਰ ਆਈ ਸੀਗੀ ਉਸ ਨੂੰ ਪੂਰਾ ਕਰਦੇ ਹੋਏ ਨਜ਼ਰ ਨਹੀਂ ਆਏ। ਔਰ ਨਤੀਜਾ ਕੀ ਨਿਕਲ ਰਿਹਾ? ਨਤੀਜਾ ਲੋਕਾਂ ਦੇ ਵਿੱਚ ਫਰਸਟ੍ਰੇਸ਼ਨ ਨਿਕਲ ਰਹੀ ਹੈ। ਔਰ ਕੱਲ ਵੀ ਇੱਕ ਜਿਹੜੀ ਹੈਗੀ ਹੈ ਬਹੁਤ ਵੱਡੀ ਰੈਲੀ ਬਰਨਾਲੇ ਦੇ ਵਿੱਚ ਕਿਸਾਨਾਂ ਨੇ ਕੀਤੀ ਹੈ। ਉਹਨਾਂ ਨੇ ਚੈਲੰਜ ਦਿੱਤਾ ਚੰਨੀ ਸਾਹਿਬ ਨੂੰ, ਚੰਨੀ ਸਰਕਾਰ ਨੂੰ, ਕਿ ਸਰਕਾਰ ਕੋਈ ਵੀ ਹੋਵੇ, ਚਾਹੇ ਕੈਪਟਨ ਸਾਹਿਬ ਦੀ ਹੋਵੇ ਚਾਹੇ ਚੰਨੀ ਸਾਹਿਬ ਦੀ ਹੋਵੇ, ਉਹਨਾਂ ਨੂੰ ਆਪਣੇ ਵਾਅਦੇ ਜਿਹੜੇ ਨੇ ਇਹ ਪੂਰੇ ਕਰਨੇ ਪੈਣਗੇ। ਸੋ ਇਸ ਕਰਕੇ ਆਪਾਂ ਦੇਖ ਰਹੇ ਹਾਂ ਕਿ ਸਮੇਂ ਘੱਟ ਹੋਣ ਦੇ ਬਾਵਜੂਦ ਚੰਨੀ ਸਾਹਿਬ ਕੋਈ ਏਦਾਂ ਦੇ ਫੈਸਲੇ ਲੈਂਦੇ ਨਜ਼ਰ ਨਹੀਂ ਆਏ ਜਿਨ੍ਹਾਂ ਦੇ ਨਾਲ ਆਮ ਲੋਕਾਂ ਨੂੰ, ਆਮ ਗਰੀਬ ਲੋਕਾਂ ਨੂੰ, ਜਿਹੜੇ ਨੇ ਪੰਜਾਬ ਦੇ ਲੋਕਾਂ ਨੂੰ, ਨੌਜਵਾਨਾਂ ਨੂੰ, ਕਿਸਾਨਾਂ ਨੂੰ ਜਾਂ ਹੋਰ ਵਰਗਾਂ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਹਾਂ, ਉਦਾਂ ਦੇ ਫੈਸਲੇ ਉਹ ਜ਼ਰੂਰ ਲੈ ਰਹੇ ਨੇ ਕਿ ਜਿਵੇਂ ਸਿਕਿਉਰਿਟੀ ਕੱਟ ਕਰ ਦਿਓ ਜਾਂ ਸਾਦੇ ਤੁਸੀਂ ਵਿਆਹ ਕਰੋ, ਆਮ ਲੋਕਾਂ 'ਚ ਮਿਲੋ, ਇਹ ਗੱਲਾਂ ਹੋਣੀਆਂ ਚਾਹੀਦੀਆਂ ਨੇ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੇ ਬੁਨਿਆਦੀ ਮੁੱਦੇ ਭੁੱਲ ਕੇ ਜਾਂ 18 ਨੁਕਾਤੀ ਪ੍ਰੋਗਰਾਮ ਨੂੰ ਛੱਡ ਕੇ ਇਸ ਤਰ੍ਹਾਂ ਦੇ ਜਿਹੜੀ ਜਦੋਂ ਤੁਸੀਂ ਸਿਆਸਤ ਕਰੋਗੇ ਤਾਂ ਇਹਦਾ ਮਤਲਬ ਇਹੀ ਹੈ ਕਿ ਤੁਹਾਡੇ ਕੋਲ ਜਿਹੜਾ ਸਮਾਂ ਘੱਟ ਰਹਿੰਦਾ ਹੈ ਤੁਸੀਂ ਉਹਨੂੰ ਅਜਾਈਂ ਗਵਾਉਣਾ ਚਾਹੁੰਦੇ ਹੋ। ਤੁਸੀਂ ਲੋਕਾਂ ਦਾ ਧਿਆਨ ਜਿਹੜਾ ਹੈਗਾ ਇੱਧਰ ਲਗਾ ਕੇ ਆਪਣਾ ਸਮਾਂ ਪਾਸ ਕਰਨਾ ਚਾਹੁੰਦੇ ਹੋ। ਸੋ ਇਸ ਕਰਕੇ ਹੁਣ ਇਹ ਕੰਮ ਨਹੀਂ ਚੱਲੇਗਾ, ਬਹੁਤ ਥੋੜਾ ਸਮਾਂ ਰਹਿ ਗਿਆ ਹੈ। ਤੁਹਾਨੂੰ ਕੰਮ ਕਰਕੇ ਦਿਖਾਉਣੇ ਪੈਣਗੇ ਚੰਨੀ ਸਾਹਿਬ ਨੂੰ, ਚਾਹੇ ਕਿਸੇ ਵੀ ਤਰੀਕੇ ਦੇ ਨਾਲ। ਰਾਜਾ ਵੜਿੰਗ ਤਾਂ ਬਹੁਤ ਵਧੀਆ ਕੰਮ ਕਰ ਰਹੇ ਨੇ। ਰਾਜਾ ਵੜਿੰਗ ਜਿਹੜੇ ਮੁੱਦੇ ਚੱਕਦੇ ਰਹੇ ਆ ਟਰਾਂਸਪੋਰਟ ਮਾਫੀਆ ਨੂੰ ਲੈ ਕੇ, ਲਗਾਤਾਰ ਟਰਾਂਸਪੋਰਟ ਮਾਫੀਆ ਦੇ ਉੱਪਰ ਨਕੇਲ ਕੱਸਦੇ ਹੋਏ ਨਜ਼ਰ ਆ ਰਹੇ ਨੇ ਰਾਜਾ ਵੜਿੰਗ। ਰਾਜਾ ਵੜਿੰਗ ਨੇ ਫਿਰ ਕਹਿੰਦੇ ਕੱਲ 25 ਬੱਸਾਂ ਬੰਦ ਕਰਤੀ। ਬਿਲਕੁਲ, ਦੇਖੋ ਇਸ ਵੇਲੇ ਕੀ ਹੈ ਕਿ ਹਰਕਤ ਦੇ ਵਿੱਚ ਹੀ ਬਰਕਤ ਹੈ। ਜਿਹੜੇ ਵੀ ਮੰਤਰੀ ਹਰਕਤ ਕਰਨਗੇ ਉਹ 22 ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਬਰਕਤ ਹੋ ਸਕਦੀ ਹੈ। ਪਰ ਜਿਹੜੇ ਵੀ ਮੰਤਰੀ ਆਪਣੀਆਂ ਮਤਲਬ ਪੋਜੀਸ਼ਨਾਂ ਲੈ ਕੇ, ਕੁਰਸੀਆਂ ਲੈ ਕੇ ਹਰਕਤ ਨਹੀਂ ਕਰਨਗੇ ਤਾਂ ਲਾਜ਼ਮੀ ਤੌਰ ਤੇ 22 ਦੇ ਵਿੱਚ ਉਹਨਾਂ ਦਾ ਸੰਕਟ ਜਿਹੜਾ ਹੈਗਾ ਆ ਸਕਦਾ ਹੈ। ਔਰ ਕਿਉਂਕਿ ਕਾਂਗਰਸ ਨੂੰ ਇਸ ਵੇਲੇ ਆਪਾਂ ਨੂੰ ਪਤਾ ਹੈ ਕਿ ਬਹੁਤ ਵੱਡੇ ਧੜਿਆਂ 'ਚ ਵੰਡੀ ਜਾ ਚੁੱਕੀ ਹੈ। ਇਹਦੇ ਵਿੱਚ ਅਲੱਗ-ਅਲੱਗ ਧੜੇਬੰਦੀ ਜਿਹੜੀ ਹੈਗੀ ਆ ਬਹੁਤ ਤਿੱਖੀ ਨਜ਼ਰ ਆ ਰਹੀ ਹੈ। ਸੋ ਇਸ ਕਰਕੇ ਉਸ ਧੜੇਬੰਦੀ ਤੋਂ ਬਚਣ ਦੇ ਲਈ ਵੀ ਜਿਹੜੀ ਹੈਗੀ ਇਸ ਵੇਲੇ ਹਰਕਤ ਦੀ ਲੋੜ ਹੈ, ਇਸ ਵੇਲੇ ਕੰਮਾਂ ਦੀ ਲੋੜ ਹੈ। ਔਰ ਚੰਨੀ ਸਾਹਿਬ ਨੂੰ ਜਿਹੜਾ ਹੈਗਾ ਆਪਣੇ ਇਸ ਸਮੇਂ ਨੂੰ ਸਹਿਯੋਗ ਤੌਰ ਤੇ ਵਰਤਣਾ ਚਾਹੀਦਾ ਹੈ। ਔਰ ਜਿੰਨੇ ਵੀ ਉਹਨਾਂ ਦੇ ਮੰਤਰੀ ਸਾਹਿਬਾਨ ਨੇ ਜਾਂ MLA ਸਾਹਿਬਾਨ ਨੇ ਉਹਨਾਂ ਨੂੰ ਉਹ ਆਪਣਾ ਆਰਡਰ ਦੇਣ ਕਿ ਭਾਈ ਤੁਸੀਂ ਦਿਨ ਰਾਤ ਇੱਕ ਕਰੋ। ਔਰ ਜਿਹੜੇ ਰਹਿੰਦੇ ਵਾਅਦੇ ਨੇ ਲੋਕਾਂ ਦੇ, ਔਰ ਮੈਨੂੰ ਲੱਗਦਾ ਹੈ ਕਿ ਵਾਅਦੇ ਬਹੁਤ ਵੱਡੇ ਰਹਿੰਦੇ ਨੇ ਔਰ ਸਮਾਂ ਬਹੁਤ ਘੱਟ ਹੈ। ਸੋ ਇਸ ਕਰਕੇ ਉਸ ਸਮੇਂ ਦਾ ਜਿਹੜਾ ਹੈਗਾ ਸਦਉਪਯੋਗ ਕਰਨਾ ਚਾਹੀਦਾ ਚੰਨੀ ਸਾਹਿਬ ਨੂੰ। ਔਰ ਜਿਵੇਂ ਤੁਸੀਂ ਕਿਹਾ ਕਿ ਰਾਜਾ ਵੜਿੰਗ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਉਹ ਲਗਾਤਾਰ ਜਦੋਂ ਤੋਂ ਉਹਨਾਂ ਨੂੰ ਕੁਰਸੀ ਮਿਲੀ ਹੈ ਉਸ ਸਰਗਰਮੀ ਦੇ ਨਾਲ ਉਹ ਕੰਮ ਕਰ ਰਹੇ ਨੇ ਔਰ ਜਿਹਦੇ ਰਿਜ਼ਲਟ ਵੀ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ। ਪਰ ਰਾਜਾ ਵੜਿੰਗ ਨੂੰ ਵੀ ਇਹੀ ਬੇਨਤੀ ਹੈ ਕਿ ਨਾਲ ਨਾਲ ਵਿਰੋਧੀ ਪਾਰਟੀਆਂ ਦੀਆਂ ਜਿਹੜੀਆਂ ਬੱਸਾਂ ਉਹ ਚੁਕਵਾ ਰਹੇ ਨੇ ਜਾਂ ਅੰਦਰ ਦੇ ਰਹੇ ਨੇ ਜਾਂ ਉਹਨਾਂ ਨੂੰ ਉਹਨਾਂ ਦੇ ਉੱਤੇ ਰੋਕ ਲਾ ਰਹੇ ਨੇ, ਤਾਂ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਆਪਣੀ ਪਾਰਟੀ ਦੇ ਵਿੱਚ ਵੀ ਜਿਹੜੀ ਕਪਲੇਬਾਜ਼ੀ ਹੁੰਦੀ ਹੈ ਜਾਂ ਕੋਈ ਵੀ ਹੈ ਕਾਨੂੰਨ ਦੇ ਮੁਤਾਬਕ ਚਾਹੇ ਪਾਰਟੀ ਤੋਂ ਉੱਪਰ ਉੱਠ ਕੇ ਮੈਨੂੰ ਲੱਗਦਾ ਹੈ ਕਿ ਕਾਰਵਾਈ ਜਿਹੜੀ ਹੈਗੀ ਆ ਕਰਨ ਦੀ ਲੋੜ ਹੈ। ਸੋ ਇਸ ਕਰਕੇ ਵੱਖ-ਵੱਖ ਮੰਤਰੀਆਂ ਨੂੰ ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਸਾਡੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੀ ਜਿਹੜੇ ਨੇ ਉਹ ਕਾਫੀ ਸਰਗਰਮ ਨਜ਼ਰ ਆ ਰਹੇ ਨੇ। ਪਰ ਕਾਫੀ ਜਿਹੜੇ ਨੇ ਲੋਕ ਇਸ ਵੇਲੇ ਇਹ ਵੀ ਨੇ ਜਿਹੜੇ ਬਿਲਕੁਲ ਕੋਈ ਬਹੁਤਾ ਉਹਨਾਂ ਦਾ ਹਰਕਤ ਜਿਹੜੀ ਹੈਗੀ ਹੈ ਦਿਖਾਈ ਨਹੀਂ ਦੇ ਰਹੀ। ਉਹਨਾਂ ਨੂੰ ਵੀ ਅੱਗੇ ਹਰਕਤ ਦੇ ਵਿੱਚ ਆਉਣਾ ਚਾਹੀਦਾ ਔਰ ਚੰਨੀ ਸਾਹਿਬ ਨੂੰ ਜਿਹੜਾ ਹੈਗਾ ਆਰਡਰ ਪਾਸ ਕਰਨੇ ਚਾਹੀਦੇ ਨੇ। ਅੱਜ ਦੀ ਜਿਹੜੀ ਵਿਧਾਇਕਾਂ ਦੀ ਜਾਂ ਮੰਤਰੀ ਮੰਡਲ ਦੀ ਜਿਹੜੀ ਮੀਟਿੰਗ ਹੋਣੀ ਹੈ ਉਹਦੇ ਤੋਂ ਕਾਫੀ ਗੱਲਾਂ ਕਲੀਅਰ ਹੋ ਜਾਣਗੀਆਂ ਸੁਖਵਿੰਦਰ ਜੀ। ਉਮੀਦਾਂ ਜਿਹੜੀਆਂ ਰੱਖਣੇ ਤੇ ਬਿਲਕੁਲ। ਤਾਂ ਆਪਾਂ ਅਗਲੀ ਖਬਰ ਦੀ ਗੱਲਬਾਤ ਕਰੀਏ। ਕਾਂਗਰਸ ਦੇ ਵਿੱਚ ਸਿਰਫ ਪੰਜਾਬ 'ਚ ਨਹੀਂ ਹਰਿਆਣੇ ਦੇ ਵਿੱਚ ਵੀ ਜਿਹੜੀ ਬਗਾਵਤ ਦੇਖਣ ਨੂੰ ਮਿਲ ਰਹੀ ਹੈ। ਐਲਨਾਬਾਦ ਦੇ ਵਿੱਚ ਜਿਹੜੀ ਜਿਮਨੀ ਚੋਣ ਹੋਣੀ ਹੈ ਉਹਨੂੰ ਲੈ ਕੇ ਭਰਤ ਬੇਨੀਵਾਲ ਦੇ ਵੱਲੋਂ ਬਗਾਵਤ ਕਰ ਦਿੱਤੀ ਗਈ, ਉਹਨੂੰ ਟਿਕਟ ਨਹੀਂ ਦਿੱਤੀ ਗਈ। ਸਾਬਕਾ ਵਿਧਾਇਕ ਨੇ ਕਾਂਗਰਸ ਦੇ, ਹੁੱਡਾ ਗਰੁੱਪ ਦੇ ਮੰਨੇ ਜਾਂਦੇ। ਉਹ ਕਹਿੰਦੇ ਕਿ ਮੇਰੇ ਕੋਲ 35,000 ਦਾ ਵੋਟ ਬੈਂਕ ਹੈ ਐਲਨਾਬਾਦ ਦੇ ਵਿੱਚ ਤੇ ਉੱਥੇ ਜਿਮਨੀ ਚੋਣ ਹੋਣੀ ਹੈ ਤੇ ਮੈਨੂੰ ਕਿਉਂ ਨਹੀਂ ਟਿਕਟ ਦਿੱਤੀ ਗਈ, ਜਿਹਦੇ ਕਰਕੇ ਹੁਣ ਉਹਨਾਂ ਨੇ ਬਗਾਵਤ ਕੀਤੀ ਹੈ ਤੇ 14 ਅਕਤੂਬਰ ਨੂੰ ਕਹਿੰਦੇ ਕਿ ਉਹ ਆਪਣਾ ਆਖਰੀ ਜਿਹੜਾ ਫੈਸਲਾ ਲੈਣਗੇ। ਸੁਖਵਿੰਦਰ ਜੀ ਦੇਖੋ, ਆਪਾਂ ਪਹਿਲਾਂ ਵੀ ਕਿਹਾ ਕਿ ਕਾਂਗਰਸ ਦੀ ਸਮੱਸਿਆ ਧੁਰੇ ਦੇ ਵਿੱਚ ਹੈ ਕਿਉਂਕਿ ਇਹਨਾਂ ਦਾ ਧੁਰਾ ਕਮਜ਼ੋਰ ਹੈ, ਬੇਸ ਕਮਜ਼ੋਰ ਹੈ ਔਰ ਇਹਦਾ ਮਤਲਬ ਕਿ ਹਾਈ ਕਮਾਂਡ ਕਮਜ਼ੋਰ ਹੋਣ ਕਰਕੇ ਕੀ ਹੋ ਰਿਹਾ ਹੈ ਕਿ ਬਹੁਤ ਸਾਰੇ ਸਟੇਟਾਂ ਦੇ ਵਿੱਚ ਇਦਾਂ ਦੀ ਧੜੇਬੰਦੀ ਨਜ਼ਰ ਆਏਗੀ। ਜਿਵੇਂ ਪੰਜਾਬ ਦੀ ਆਪਾਂ ਗੱਲ ਕੀਤੀ ਹੈ ਕਿ ਲਗਾਤਾਰ ਉਹ ਧੜੇਬੰਦੀ ਕਾਟੋ ਕਲੇਸ਼ ਵੱਧ ਰਿਹਾ ਹੈ, ਉਸੇ ਤਰ੍ਹਾਂ ਦਾ ਹਾਲ ਹਰਿਆਣੇ ਦੇ ਵਿੱਚ ਹੈ,
ਉਸੇ ਤਰ੍ਹਾਂ ਦਾ ਹਾਲ ਰਾਜਸਥਾਨ ਦੇ ਵਿੱਚ ਹੈ, ਉਸੇ ਤਰ੍ਹਾਂ ਦਾ ਹਾਲ ਤੁਸੀਂ ਦੇਖੋਗੇ ਛੱਤੀਸਗੜ੍ਹ ਦੇ ਵਿੱਚ ਹੈ, ਉਸੇ ਤਰ੍ਹਾਂ ਦੇ ਹਾਲ ਵੱਖ-ਵੱਖ ਸਟੇਟਾਂ ਦੇ ਵਿੱਚ ਨੇ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਹਰਿਆਣੇ ਦੇ ਵਿੱਚ ਤਾਂ ਬਹੁਤ ਲੰਮੇ ਸਮੇਂ ਤੋਂ ਇਹ ਸਾਰੀ ਜਿਹੜੀ ਹੈਗੀ ਹੈ ਧੜੇਬੰਦੀ ਦਾ ਜ਼ੋਰ ਚੱਲ ਰਿਹਾ ਹੈ, ਔਰ ਇੱਕ ਪਾਸੇ ਸ਼ੈਲਜਾ ਜੀ ਦਾ ਗਰੁੱਪ ਹੈ, ਇੱਕ ਪਾਸੇ ਹੁੱਡਾ ਸਾਹਿਬ ਦਾ ਗਰੁੱਪ ਹੈ। ਲਗਾਤਾਰ ਇਹਨਾਂ ਦੇ ਵਿੱਚ ਕਾਟੋ ਕਲੇਸ਼ ਵੱਧ ਰਿਹਾ ਹੈ, ਇੱਕ ਦੂਜੇ ਨੂੰ ਖੁੱਡੇ ਲੈਣ ਲਾਉਣ ਦੀ ਖਾਤਰ ਜਿਹੜੇ ਨੇ, ਜਾਂ ਇੱਕ ਦੂਜੇ ਦੇ ਜਿਹੜੇ ਉਮੀਦਵਾਰਾਂ ਨੂੰ ਟਿਕਟਾਂ ਕਿਵੇਂ ਦਿਵਾਉਣੀਆਂ ਨੇ, ਦੂਜਿਆਂ ਨੂੰ ਕਿਵੇਂ ਥੱਲੇ ਰੱਖਣਾ ਹੈ। ਸੋ ਇਸ ਕਰਕੇ ਇਦਾਂ ਦੇ ਛੜਯੰਤਰ ਲਗਾਤਾਰ ਹਰਿਆਣੇ ਦੇ ਵਿੱਚ ਚੱਲਦੇ ਆ ਰਹੇ ਨੇ, ਔਰ ਉਹਦਾ ਨਤੀਜਾ ਕੀ ਨਿਕਲ ਰਿਹਾ ਹੈ? ਉਹਦਾ ਨਤੀਜਾ ਪਿਛਲੇ ਵਾਰੀ ਵੀ ਜਿੱਤਦੇ ਹਾਰੇ ਨੇ, ਔਰ ਆਪਾਂ ਕਹਿ ਸਕਦੇ ਹਾਂ ਕਿ ਪਿਛਲੇ ਵਾਰੀ ਜਦੋਂ ਬੀਜੇਪੀ ਔਰ ਜੇਜੇਪੀ ਦਾ ਗੱਠਜੋੜ ਹੁੰਦਾ ਹੈ, ਸਰਕਾਰ ਬਣਦੀ ਹੈ, ਤਾਂ ਉਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਜਿੱਤਣ ਦੀਆਂ ਕਾਫੀ ਸੰਭਾਵਨਾਵਾਂ ਨਜ਼ਰ ਆਉਂਦੀਆਂ ਸੀਗੀਆਂ ਹਰਿਆਣੇ ਦੇ ਵਿੱਚ ਕਾਂਗਰਸ ਦੀਆਂ, ਹੁੱਡਾ ਦੀ ਰਹਿਨੁਮਾਈ ਦੇ ਵਿੱਚ। ਪਰ ਕੀ ਹੋਇਆ? ਸਿਰਫ ਉਹਨਾਂ ਦੀ ਜਿਹੜੀ ਆਪਸੀ ਕਾਟੋ ਕਲੇਸ਼ ਸੀ, ਆਪਸੀ ਜਿਹੜੀ ਗਰੁੱਪਬਾਜ਼ੀ ਸੀਗੀ, ਉਹਦੇ ਕਰਕੇ ਜਿੱਤਦੇ ਜਿਹੜੇ ਸੀਗੇ ਹਰਿਆਣੇ ਦੇ ਵਿੱਚ ਹਾਰ ਗਈ ਕਾਂਗਰਸ। ਸੋ ਇਸ ਕਰਕੇ ਹੁਣ ਵੀ ਜਿਹੜੀ ਹੈਗੀ ਹੈ ਕੰਟਰੋਲ ਕਰਨ ਦੀ ਉਸ ਨੂੰ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਕਾਰਨ ਕੀ ਹੈ? ਕਾਰਨ ਇਹੀ ਹੈ ਕਿ ਜਿੰਨੀ ਦੇਰ ਤੁਹਾਡਾ ਜਿਹੜਾ ਹੈਗਾ ਹਾਈ ਕਮਾਂਡ ਤਾਕਤਵਰ ਨਹੀਂ ਹੁੰਦੀ, ਵੱਡੇ ਫੈਸਲੇ ਲੈਣ ਦੇ ਯੋਗ ਨਹੀਂ ਹੁੰਦੀ, ਉਨੀ ਦੇਰ ਇਹ ਕਾਟੋ ਕਲੇਸ਼ ਜਿਹੜਾ ਹੈਗਾ ਹਰਿਆਣੇ ਦੇ ਵਿੱਚ ਚੱਲਦਾ ਰਹੇਗਾ। ਸੋ ਜੇਕਰ ਇਹ ਗੱਲ ਹੁੰਦੀ ਹੈ, ਜੇਕਰ ਪਾਰਟੀ ਦੇ ਵਿੱਚ ਵੱਖ-ਵੱਖ ਲੀਡਰ ਪਾਰਟੀ ਨੂੰ ਛੱਡ ਕੇ ਜਾਂਦੇ ਨੇ, ਕਿਸੇ ਦੂਸਰੀ ਪਾਰਟੀ ਦੇ ਵਿੱਚ ਜਾਣ ਦਾ ਫੈਸਲਾ ਲੈਂਦੇ ਨੇ, ਤਾਂ ਇਹਦੇ ਨਾਲ ਕਾਫੀ ਵੱਡਾ ਨੁਕਸਾਨ ਕਾਂਗਰਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ। ਸੁਖਵਿੰਦਰ ਜੀ, ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਰਾਜਸਥਾਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤਦ ਤੱਕ ਦਿਓ ਇਜਾਜ਼ਤ। ਧੰਨਵਾਦ।